जिस वक्त भारत 1947 ਦੇ ਵਿੱਚ ਭਾਰਤੀ ਲੋਕਾਂ ਦੇ ਕਹਿਣ ਮੁਤਾਬਕ ਆਜ਼ਾਦ ਹੋਇਆ, ਸਿੱਖਾਂ ਨੂੰ ਨੱਪਣ ਦੀ, ਸਿੱਖਾਂ ਨੂੰ ਕੁੱਟਣ ਦੀ ਪਾਲਿਸੀ ਜਿਹੜੀ ਹੈ ਉਸੇ ਵੇਲੇ ਤਿਆਰ ਹੋ ਗਈ ਸੀ ਔਰ ਤਿਆਰ ਕੀਤੀ ਸੀ ਜਵਾਹਰ ਲਾਲ ਨਹਿਰੂ ਨੇ कि इस हिंदुस्तान के अंदर, इस भारत के अंदर सिखा नूं नपना है, सिखा नूं कुटना है, सिखा नूं दबना है, आर्थिक तौर पर कमज़ोर करना है, समाजिक तौर पर कमज़ोर करना है, धार्मिक तौर पर कमज़ोर करना है और राजनीतिक तौर पर भी कमज़ोर करना है। 1984 ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ 37 ਹੋਰ ਗੁਰਦੁਆਰੇ ਸਾਹਿਬਾਨਾਂ ਦੇ ਵਿੱਚ ਹਮਲਿਆਂ ਦੇ ਰੂਪ ਦੇ ਵਿੱਚ ਨਿਕਲਿਆ। ਇਹ ਗੱਲ ਵੱਖਰੀ ਹੈ ਕਿ ਕੋਈ ਖੁੱਲ੍ਹੇਆਮ ਮਾਨਸਾ ਵਰਗਾ ਖੁੱਲ੍ਹੇਆਮ ਕਹਿੰਦਾ ਹੈ ਔਰ ਸਾਡੇ ਵਰਗੇ ਦੱਬੀ ਜ਼ੁਬਾਨ 'ਚ ਕਹਿ ਦਿੰਦੇ ਆ। ਜਿਹੜੇ ਪ੍ਰਚਾਰ ਦੀ ਸੇਵਾ ਕਰਦੇ ਰਹੇ ਨੇ, ਮੈਂ ਉਹਨਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਇੱਕ ਵਾਰੀ ਫੇਰ ਨਿਕਲੋ, ਜਿਵੇਂ ਸੰਤ ਬਾਬਾ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ, ਜਿਵੇਂ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ, ਜਿਵੇਂ ਮਹਾਂਪੁਰਖ ਸੰਤ ਬਾਬਾ ਆਦਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ, ਇਹਨਾਂ ਨੇ ਵਹੀਰਾਂ ਘੱਤ ਕੇ ਪਿੰਡਾਂ ਦੇ ਵਿੱਚ ਪ੍ਰਚਾਰ ਕੀਤਾ ਸੀ ਤੇ ਸਿੱਖੀ ਬੁਲੰਦ ਕੀਤੀ ਸੀ। ਜਿਹੜੇ ਦੂਸਰੇ ਲੋਕ ਹੈ ਉਹ ਲੁਕ ਛਿਪ ਕੇ ਜਿਹੜੇ ਹੈ ਆਪਣੇ ਲੋਕਾਂ ਨੂੰ ਹਥਿਆਰਾਂ ਦੀ ਟ੍ਰੇਨਿੰਗ ਦੇ ਰਹੇ ਹੈ, ਸ਼ਸਤਰਾਂ ਦੀ ਟ੍ਰੇਨਿੰਗ ਦੇ ਰਹੇ ਹੈ। ਅਸੀਂ ਲੁਕ ਛਿਪ ਕੇ ਨਹੀਂ ਦੇਵਾਂਗੇ, ਅਸੀਂ ਸ਼ਰੇਆਮ ਦੇਵਾਂਗੇ, ਖੁੱਲ੍ਹੇਆਮ ਦੇਵਾਂਗੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਰੂਪ ਖਾਲਸਾ ਸਤ ਸੰਗਤ ਜੀ, ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਉਹਨਾਂ ਮਹਾਨ ਯੋਧਿਆਂ ਸੂਰਬੀਰਾਂ ਨੂੰ ਯਾਦ ਕਰਨ ਵਾਸਤੇ ਇਕੱਠੇ ਹੋਏ ਹਾਂ, ਜਿਨ੍ਹਾਂ ਨੇ ਜੂਨ 1984 ਦੇ ਵਿੱਚ ਭਾਰਤੀ ਫੌਜ ਦਾ ਡਟ ਕੇ ਮੁਕਾਬਲਾ ਕਰਦਿਆਂ ਸ਼ਹਾਦਤਾਂ ਦੇ ਜਾਮ ਪੀਤੇ। ਬਹੁਤ ਹੀ ਸੂਰਬੀਰ ਮਹਾਨ ਯੋਧੇ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖ, ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਬਾਬਾ ਠਾਰਾ ਸਿੰਘ ਜੀ ਔਰ ਬਹੁਤ ਹੀ ਸੂਝਵਾਨ ਨੀਤੀਵਾਨ ਜਰਨਲ ਭਾਈ ਸੁਬੇਗ ਸਿੰਘ ਜੀ। ਇਹਨਾਂ ਤੋਂ ਇਲਾਵਾ ਅੱਜ ਦੇ ਦਿਨ ਜੂਨ 1984 ਦੇ ਵਿੱਚ ਇਸ ਅਸਥਾਨ ਦੇ ਉੱਤੇ ਭਾਰਤੀ ਸਟੇਟ ਦੇ ਨਾਲ ਲੜਦਿਆਂ ਬੇਅੰਤ ਸਿੱਖਾਂ ਨੇ ਸ਼ਹੀਦੀ ਦਿੱਤੀ ਹੈ, ਜਿਹਦੇ ਵਿੱਚ ਬੀਬੀਆਂ ਵੀ ਸਨ, ਬਜ਼ੁਰਗ ਵੀ ਸਨ, ਬੱਚੇ ਵੀ ਸਨ, ਨੌਜਵਾਨ ਵੀ ਸਨ ਔਰ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਅੱਜ ਇਕੱਠੇ ਹੋਏ ਹਾਂ। ਜਿਸ ਵਕਤ ਭਾਰਤ 1947 ਦੇ ਵਿੱਚ ਭਾਰਤੀ ਲੋਕਾਂ ਦੇ ਕਹਿਣ ਮੁਤਾਬਕ ਆਜ਼ਾਦ ਹੋਇਆ, ਸਿੱਖਾਂ ਨੂੰ ਨੱਪਣ ਦੀ, ਸਿੱਖਾਂ ਨੂੰ ਕੁੱਟਣ ਦੀ ਪਾਲਿਸੀ ਜਿਹੜੀ ਹੈ ਉਸੇ ਵੇਲੇ ਤਿਆਰ ਹੋ ਗਈ ਸੀ ਔਰ ਤਿਆਰ ਕੀਤੀ ਸੀ ਜਵਾਹਰ ਲਾਲ ਨਹਿਰੂ ਨੇ कि इस हिंदुस्तान के अंदर, इस भारत के अंदर सिखा नूं नपना है, सिखा नूं कुटना है, सिखा नूं दबना है, आर्थिक तौर पर कमज़ोर करना है, समाजिक तौर पर कमज़ोर करना है, धार्मिक तौर पर कमज़ोर करना है और राजनीतिक तौर पर भी कमज़ोर करना है। ये नीतियां 1947 च बन गई और उहदा सिट्टा 1984 ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ 37 ਹੋਰ ਗੁਰਦੁਆਰੇ ਸਾਹਿਬਾਨਾਂ ਦੇ ਵਿੱਚ ਹਮਲਿਆਂ ਦੇ ਰੂਪ ਦੇ ਵਿੱਚ ਨਿਕਲਿਆ। ਮੈਂ ਕੁਝ ਗੱਲਾਂ ਸਾਂਝੀਆਂ ਕਰਨੀਆਂ। ਇਹ ਜਿਹੜੀ ਬਾਦਸ਼ਾਹਤ ਦਾ ਸੰਕਲਪ ਹੈ ਜਾਂ ਰਾਜ ਦਾ ਸੰਕਲਪ ਹੈ, ਇਹ ਸਾਨੂੰ ਗੁਰੂ ਸਾਹਿਬਾਨ ਨੇ ਦਿੱਤਾ ਹੈ ਔਰ ਅਸੀਂ ਆਪਣੇ ਅਰਦਾਸ ਦੇ ਦੌਰਾਨ ਦੌਰੇ ਦੇ ਵਿੱਚ ਇਸ ਸੰਕਲਪ ਨੂੰ ਦੁਹਰਾਉਂਦੇ ਹਾਂ, ਰਾਜ ਕਰੇਗਾ ਖਾਲਸਾ, ਔਰ ਦੁਹਰਾਉਂਦੇ ਰਹਿਣਾ। ਜਿਹੜਾ ਸਿੱਖ ਹੈ, ਜਿਹਦੇ ਕੇਸਾਂ ਦੇ ਵਿੱਚ ਅੰਮ੍ਰਿਤ ਹੈ, ਜਿਹਦੇ ਨੇਤਰਾਂ ਦੇ ਵਿੱਚ ਅੰਮ੍ਰਿਤ ਹੈ, ਜਿਹਦੇ ਮੁਖ ਦੇ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਹੈ, ਉਹ ਰਾਜ ਦੇ ਸੰਕਲਪ ਤੋਂ ਮੁਨਕਰ ਨਹੀਂ ਹੈ ਔਰ ਨਾ ਮੁਨਕਰ ਹੋ ਸਕਦਾ। ਇਹ ਗੱਲ ਵੱਖਰੀ ਹੈ ਕਿ ਕੋਈ ਖੁੱਲ੍ਹੇਆਮ ਮਾਨਸਾ ਵਰਗਾ ਖੁੱਲ੍ਹੇਆਮ ਕਹਿੰਦਾ ਹੈ
और साडे वर्गे दबी जुबान च कह देंदे हैं। असी पढ़ते हैं कि राज करेगा खालसा। कौन राज करूगा? खालसा राज करूगा। ते जे असी राज करने, राज लेने, ते सानू खालसा बनना पएगा। अज साडे सामने बहुत सारियां चुनौतियां जिहड़ियां ने वो खड़ियां ने, जिहड़ियां सानू कमज़ोर कर रहीआं ने, धार्मिक तौर दे उत्ते, समाजिक तौर दे उत्ते और आर्थिक तौर दे उत्ते। सानू धार्मिक तौर दे उत्ते कमज़ोर करन वास्ते पंजाब दी इस धरती दे उत्ते ईसाईयत दा प्रचार जिहड़ा है बड़े जोर शोर दे नाल चलाया जा रहा है। पंजाब दे अंदर पिंड पिंड चर्चां बन रही और मसीतां बन रही। ये साडे वास्ते चिंता वाली गल है, साडे वास्ते फिक्र वाली गल है। मैं सारे महापुरखों नूं, जिन्ने भी सिख धर्म नाल संबंधित महापुरख है जिहड़े प्रचार की सेवा करते रहे ने, मैं उन्होंने ये कहना चाहांगा कि एक बारी फेर निकलो। जिवें संत बाबा गुरबचन सिंह जी भिंडरां वाले, जिवें संत बाबा ज्वाला सिंह जी हरखोवाल वाले, जिवें महापुरख संत बाबा अतर सिंह जी मस्तूआणा साहब वाले, इन्हां ने वहीरां घत के पिंडां दे विच प्रचार कीता सी ते सिੱਖੀ बुलंद कीती सी। अज भी मैं इन्हां महापुरखां नूं अपील करूंगा कि पिंडां दे विच जाके, खास तौर ते बॉर्डर एरिए दे पिंडां दे विच जाके सिੱਖੀ नूं मजबूत करो। हुण एसी कमरिਆਂ चों बाहर निकलण दा समां आ गया, पिंडां दे विच जाण दा समां आ गया, पिंडां दे विच प्रचार करन दा समां आ गया। क्योंकि जे असीं धार्मिक तौर ते मजबूत ना होवांगे, असीं आर्थिक तौर ते मजबूत नहीं होवांगे। असीं आर्थिक तौर ते मजबूत नहीं होवांगे, असीं समाजिक तौर ते मजबूत नहीं होवांगे। ते जे असीं धार्मिक तौर ते कमज़ोर हो गए, समाजिक तौर ते कमज़ोर हो गए, आर्थिक तौर ते कमज़ोर हो गए, राजनीतिक कमज़ोरी नूं कोई रोक ही नहीं सकता है। राजनीतिक कमज़ोरी आएगी ही आएगी और असीं उन्ना राज तो दूर होवांगे जिन्ना धार्मिक तौर ते कमज़ोर होवांगे। सानू धार्मिक तौर ते मजबूत होने की बहुत वड्डी जरूरत है। साडा नौजवान नशियां च गिरफ्त हो रहा है, नौजवान पढ़ाई तो जिहड़ा है वो पासा वट रहा है। नौजवानों के अंदर कौमी जज्बा जिहड़ा है वो पैदा करने की अज सब तो वड्डी साध संगत की जरूरत है। एक गल मैं होर कहनी चाहना कि ये जिहड़ी सिख कौम है, ये मर्दे मुजाहद धन धन साहिब श्री गुरु गोबिंद सिंह पातशाह की पैदा की, गुरु नानक साहिब सच्चे पातशाह की जिहड़ी है वो प्रज्वलित की शेरां दी कौम है। इस वार श्री अमृतसर साहब के आस पास सरकार ने बहुत वड्डा घेरा कत्तिया। सरकार भी मनदी है कि शेरां दी कौम है, क्योंकि शेरां नूं काबू करने वास्ते बड़े बड़े पिंजरे जिहड़े ने जां बड़ियां बड़ियां दीवारां खड़ियां कीतियां जांदियां, गिदड़ां नूं रोकण वास्ते पिंजरे खड़े करन दी जरूरत नहीं पैंदी। सरकारां नूं पुछिया भी इन्ने सुरक्षा घेरे क्यों? कहंदे जी सिखां दी सुरक्षा वास्ते। और सिखां नूं सुरक्षा की लोड़ नहीं है, शेरां नूं सुरक्षा की लोड़ नहीं है। हाँ, शेरां तो सुरक्षा की लोड़ है ते तुसीं शेरां तो सुरक्षित करने वास्ते ये जिहड़े सुरक्षा दस्ते या सुरक्षा दीवारां जिहड़ियां ने बनाईयां ने, ये सानू दिस रहीआं ने। ते शेर जिहड़ा है, जिहड़ा गुरु गोबिंद सिंह महाराज दा पैदा कीता खालसा है, वो किसी ते नहक्का हमला नहीं करता, किसी ते बेवजह जिहड़ा है अपना पंजा नहीं मारदा, बेवजह जिहड़ा है वो किसी वाल दहाड़दा नहीं है। हाँ, कोई स्टेट दा भेजिया जिहड़ा भेखी जिहड़ा है नकली दाड़ी केस ला के भावें कोई जुल्म कर जे, भावें कोई किसी ते जबर कर जे, पर जिहड़ा गुरु नानक साहिब सच्चे पातशाह दा सिख है वो कदे भी जुल्म वाल जिहड़ा जुल्म रोकदा जरूर है लेकिन जुल्म नहीं करता। मैं सिख संस्थावां नूं ये कहना चाहांगा कि अज जरूरत आ गई है, जिवें धन गुरु अंगद देव जी महाराज ने खडूर साहब की धरती के उत्ते मल अखाड़े कायम किए सी, अज गतका अकैडमियां ते गतके अखाड़े जिहड़े ने साडीआं संस्थावां गुरुद्वारा साहिबान के अंदर कायम करन और मॉडर्न जिहड़े ने शस्त्र अभ्यास के केंद्र जिन्होंने शूटिंग रेंजा कहते हैं वो भी कायम कीतियां जान, कोई हरज नहीं है। साध संगत जी, जिहड़े दूसरे लोग है वो लुक छिप के जिहड़े है अपने लोगों को हथियारों की ट्रेनिंग दे रहे हैं, शस्त्रां की ट्रेनिंग दे रहे हैं। असी लुक छिप के नहीं देंगे, असी शरेआम देंगे, खुलेआम देंगे। अज वक्त आ गया, असी इकट्ठे होइए, असी अपने नौजवानों नू नशियां तो बचा के
ਸ਼ਸਤਰ ਅਭਿਆਸ ਵਾਲੇ ਪਾਸੇ ਲਾਈਏ, ਬਾਣੀ ਦੇ ਅਧਿਐਨ ਵਾਲੇ ਪਾਸੇ ਲਾਈਏ ਔਰ ਵਿੱਦਿਆ ਦੇ ਲਈ ਉਹਨਾਂ ਨੂੰ ਇੰਨਾ ਪ੍ਰਵੀਨ ਕਰ ਦਈਏ ਕਿ ਸਾਡੇ ਸਿੱਖ ਨੌਜਵਾਨ ਜਿਹੜੇ ਮੁਲਕ ਦੇ ਵਿੱਚ ਵੀ ਜਾਣ, ਯਹੂਦੀਆਂ ਵਾਂਗੂ ਉਹਨਾਂ ਦੀ ਇਕਨੋਮੀ ਨੂੰ ਜਿਹੜਾ ਹੈ ਉਹ ਕਾਬੂ ਕਰ ਲੈਣ। ਜਦੋਂ ਸਾਡੇ ਨੌਜਵਾਨ ਇਸ ਕਾਬਲ ਬਣ ਗਏ ਕਿ ਦੁਨੀਆ ਦੇ ਮੁਲਕਾਂ ਦੇ ਵਿੱਚ ਜਾ ਕੇ ਉਹਨਾਂ ਦੀਆਂ ਇਕਨੋਮੀਆਂ ਦੱਬ ਲਈਆਂ ਤੇ ਸਾਡਾ ਰਾਜ ਜਿਹੜਾ ਹੈ ਦੁਨੀਆ ਦੀ ਕੋਈ ਤਾਕਤ ਜਿਹੜੀ ਹੈ ਉਹ ਰੋਕ ਨਹੀਂ ਸਕੂਗੀ। ਸੱਚਖੰਡ, ਸ੍ਰੀ ਹਰਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਤੇ ਜਿਹਨੇ ਵੀ ਹਮਲਾ ਕੀਤਾ ਉਹ ਬਰਬਾਦ ਹੋਇਆ ਹੈ। ਜਿਹੜੀ ਪਾਰਟੀ ਨੇ ਹਮਲਾ ਕੀਤਾ ਉਹ ਬਰਬਾਦ ਹੋਇਆ ਹੈ। ਔਰ ਜਿਹੜੇ ਮੁਲਕ ਨੇ ਸਾਥ ਦਿੱਤਾ, ਰਸ਼ੀਆ ਵਰਗਾ, ਉਹਨੂੰ ਇੱਕ ਨਿੱਕੇ ਜਿਹੇ ਮੁਲਕ ਨੇ ਜਿਹੜਾ ਉਹ ਵਾਣੀ ਪਾ ਰੱਖਿਆ ਹੈ। ਔਰ ਜਿੰਨਾ ਚਿਰ ਪੰਥ ਦੀ ਸ਼ਰਨ ਦੇ ਵਿੱਚ ਆ ਕੇ ਸੀਸ ਨਹੀਂ ਝੁਕਾਉਂਦੇ ਰਸ਼ੀਆ ਵਰਗੇ, ਇਹਨਾਂ ਨੂੰ ਟੁੱਟਣੋਂ ਕੋਈ ਨਹੀਂ ਬਚਾ ਸਕਦਾ, ਇਹਨਾਂ ਨੂੰ ਡੁੱਬਣੋਂ ਕੋਈ ਨਹੀਂ ਬਚਾ ਸਕਦਾ ਔਰ ਇਹਨਾਂ ਨੂੰ ਮਰਨੋਂ ਕੋਈ ਨਹੀਂ ਬਚਾ ਸਕਦਾ ਹੈ। ਇਹ ਗੁਰੂ ਨਾਨਕ ਸਾਹਿਬ ਦਾ ਦਰ ਹੈ, ਗੁਰੂ ਨਾਨਕ ਸਾਹਿਬ ਦਾ ਘਰ ਹੈ। ਅੰਤ ਦੇ ਵਿੱਚ ਮੈਂ ਸਾਰੀਆਂ ਸਤਿਕਾਰਤ ਪੋਲੀਟੀਕਲ ਪਾਰਟੀਆਂ ਦੇ, ਖਾਸ ਤੌਰ ਤੇ ਸਿੱਖ ਪਾਰਟੀਆਂ ਦੇ ਆਗੂ ਬੈਠੇ ਨੇ, ਉਹਨਾਂ ਦਾ ਧੰਨਵਾਦ ਕਰਦਾ ਹਾਂ। ਆਪ ਸਾਰੀ ਸੰਗਤ ਦਾ ਧੰਨਵਾਦ, ਸਿੱਖ ਜਥੇਬੰਦੀਆਂ, ਸੰਪਰਦਾਵਾਂ ਦਾ, ਸੰਸਥਾਵਾਂ ਦਾ ਧੰਨਵਾਦ। ਅਸੀਂ ਇਕੱਠੇ ਹੋ ਕੇ ਚੱਲੀਏ। ਪਿੰਡਾ ਬੜਾ ਵਿਖੜਾ ਸਾਧ ਸੰਗਤ ਜੀ। ਜਦੋਂ ਕੱਲਾ ਬੰਦਾ ਕੋਈ ਪੈਂਡੇ ਦੇ ਉੱਤੇ ਸਫ਼ਰ ਕਰਦਾ ਹੈ ਤੇ ਬਹੁਤ ਤੰਗੀ ਆਉਂਦੀ ਹੈ, ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਜਦੋਂ ਕਾਫਲੇ ਬਣਾ ਕੇ ਵਿਖੜੇ ਪੈਂਡਿਆਂ ਦੇ ਉੱਤੇ ਤੁਰਿਆ ਜਾਂਦਾ ਹੈ, ਮਤਭੇਦ ਭੁਲਾ ਕੇ, ਤੇ ਉਦੋਂ ਵਿਖੜੇ ਪੈਂਡੇ ਵੀ ਜਿਹੜੇ ਆ ਉਹ ਆਸਾਨ ਹੋ ਜਾਂਦੇ ਆ। ਅਸੀਂ ਬੁਲੰਦੀਆਂ ਛੂਵਾਂਗੇ, ਗੁਰੂ ਦੇ ਬਣ ਜਾਈਏ। ਗੁਰੂ ਸਾਡੇ ਨਾਲ ਹੈ, ਗੁਰੂ ਦੀ ਅਸੀਸ ਸਾਡੇ ਨਾਲ ਹੈ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ